ਤੁਸੀਂ ਇਨਫੋਰਮੇਸ਼ਨ ਨੂੰ ਕਿਵੇਂ ਮੈਚ ਕਰਕੇ ਉਸ ਨੂੰ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਆ। ਇਸ ਦੇ ਨਾਲ ਨਾਲ ਅਸੀਂ ਸਿੱਖਾਂਗੇ ਕਿ ਮਲਟੀਪਲ ਚੋਇਸ ਕੁਐਸਚਨ ਅਸੀਂ ਈਜ਼ੀਲੀ ਕਿਵੇਂ ਫਾਈਂਡ ਆਊਟ ਕਰ ਸਕਦੇ ਆ। ਸੋ ਵਾਚ ਦਿਸ ਵੀਡੀਓ ਟਿਲ ਦੀ ਐਂਡ। ਲੈਟਸ ਸਟਾਰਟ ਨਾਓ। ਡੀਅਰ ਫਰੈਂਡਸ, ਸਾਡੇ ਕੋਲ ਕੁਝ ਲਿਸਟ ਆਫ ਕੁਐਸਚਨਸ ਹੈਗੇ ਨੇ ਜਿਨ੍ਹਾਂ ਵਿੱਚੋਂ ਅਸੀਂ ਫਸਟ ਕੁਐਸਚਨ ਮਲਟੀਪਲ ਚੋਇਸ ਤੇ ਕਰਾਂਗੇ। ਐਂਡ ਜਿਵੇਂ ਕਿ ਕੁਐਸਚਨ ਨੰਬਰ 6 ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿ Dr. Pike believes that ਜਦ ਅਸੀਂ ਕੁਐਸਚਨ ਨੂੰ ਪੜ੍ਹ ਲਵਾਂਗੇ ਇਸ ਦੇ ਨਾਲ ਅਸੀਂ ਇਹਦੀਆਂ ਆਪਸ਼ਨਸ ਨੂੰ ਪੜ੍ਹ ਸਕਦੇ ਹਾਂ। ਜਿਵੇਂ ਕਿ ਫਸਟ ਆਪਸ਼ਨ ਇਹ 'ਚ ਲਿਖਿਆ ਆ ਮੋਸਟ ਕੇਵਸ ਰਿਮੇਨਡ ਅਨਡਿਸਕਵਰਡ ਫॉर थाउजेंड ऑफ ईयर्स, यानी कि बहुत तरह के ਜਿਹੜੇ ਕੇਵਸ ਗੁਫਾਵਾਂ ਆ ਉਹ ਕੀ ਅਨਡਿਸਕਵਰਡ ਕੀ ਆ ਰਿਮੇਨਡ, यानी कि ਉਹਨਾਂ ਨੇ ਉਹ ਅਨਡਿਸਕਵਰਡ ਉਹਨਾਂ ਬਾਰੇ ਕੋਈ ਵੀ ਖੋਜ ਨਹੀਂ ਕੀਤੀ ਗਈ ਕਾਫੀ ਹਜ਼ਾਰਾਂ ਸਾਲਾਂ ਤੋਂ। नंबर 2 यानी B, archaeologists should not have excavated the caves at all, यानी कि ਜਿਹੜੇ ਆਰਕੀਓਲੋਜਿਸਟ ਹੁੰਦੇ ਆ ਜਿਹੜੇ ਫਾਈਂਡ ਆਊਟ ਕਰਦੇ ਆ ਪਹਾੜਾਂ ਨੂੰ ਕੇਵਸ ਨੂੰ ਜਾਂ ਖੁੰਦਰਾਂ ਨੂੰ, ਉਹਨਾਂ ਨੂੰ ਚਾਹੀਦਾ ਸੀ ਕਿ ਉਹ ਕੀ ਨਾ ਕਰਦੇ ਜਿਹੜੀਆਂ ਕੇਵਸ ਆ ਉਹਨਾਂ ਨੂੰ ਬਿਲਕੁਲ ਵੀ ਐਕਸਕਵੇਟ ਨਾ ਕਰਦੇ। ਐਕਸਕਵੇਟ ਮਤਲਬ ਉਹਨਾਂ ਨੂੰ ਖੋਦ ਦੇਣਾ। C यानी कि ਜਿਹੜੇ ਕੇਵਸ ਕੀ ਉਹ ਅਨਇਨਹੈਬਿਟਡ ਸੀ, यानी ਉੱਥੇ ਕੋਈ ਵੀ ਨਹੀਂ ਸੀ ਰਹਿੰਦਾ ਲੇਕਿਨ ਉਹਨਾਂ ਨੂੰ ਫਿਰ ਵੀ ਇੰਪੋਰਟੈਂਟ ਹੀ ਮੰਨਿਆ ਜਾਂਦਾ ਸੀ। ਡੀ ਐਂਡ ਲਾਸਟ ਆਪਸ਼ਨ ਹੈਗੀ ਹੈ ਦ ਪੇਂਟਿੰਗਸ ਵਰ ਪੇਂਟਡ ਬਾਈ ਦ ਪੀਪਲ ਲਿਵਿੰਗ ਇਨ ਦ ਕੇਵਸ, यानी ਜਿਹੜੇ ਲੋਕ ਕਿੱਥੇ ਰਹਿੰਦੇ ਸੀ ਕੇਵਸ ਅੰਦਰ ਉਹ ਕੀ ਕਰਦੇ ਸੀ ਉਹ ਪੇਂਟਿੰਗਸ ਨੂੰ ਬਣਾਉਂਦੇ ਸੀ, यानी कि ਉਹਦੀ ਕੇਵਸ ਕੀ ਉਹਨਾਂ ਦੁਆਰਾ ਕੀ ਆ ਪੇਂਟ ਕੀਤੇ ਜਾਂਦਾ ਸੀ। ਸੋ ਸਾਡੇ ਕੋਲ ਫਰੈਂਡਸ ਇਸ ਕੁਐਸਚਨ ਦੇ ਰਿਲੇਟਡ ਕੀ ਆ 4 ਆਪਸ਼ਨਸ ਵੀ ਹੈਗੀਆਂ। ਸੋ ਫਸਟ ਆਫ ਆਲ ਜਦ ਤੱਕ ਸਾਨੂੰ ਇਹਦੀ ਅੰਡਰਸਟੈਂਡਿੰਗ ਜਾਂ ਅਸੀਂ ਵਕੈਬ ਨੂੰ ਜਾਂ ਟ੍ਰਾਂਸਲੇਸ਼ਨ ਨੂੰ ਨਹੀਂ ਸਮਝ ਪਾ ਰਹੇ, ਸੋ ਵੀ ਵਿਲ ਨੈਵਰ ਬੀ ਏਬਲ ਟੂ ਹੈਵ ਬੈਟਰ ਸਕੋਰ ਇਨ ਸੋਲਵਿੰਗ ਰੀਡਿੰਗ ਈਦਰ ਔਰ ਜਨਰਲ ਔਰ ਇਨ ਐਕੈਡਮਿਕ ਲੈਵਲ। ਸੋ ਅਸੀਂ ਫਸਟ ਆਫ ਆਲ ਕਰਾਂਗੇ ਡਾਕਟਰ ਪਾਈਕ ਬਿਲੀਵਸ ਦੈਟ ਦੀ ਲੋਕੇਸ਼ਨ ਅਸੀਂ ਫਾਈਂਡ ਆਊਟ ਕਰਾਂਗੇ। ਸੋ ਲੈਟਸ ਫਾਈਂਡ ਆਊਟ ਵੇਅਰ ਡਾਕਟਰ ਪਾਈਕ is found। So dear friends, ਸਾਡੇ ਕੋਲ ਪੈਸੇ ਦੇ ਵਿੱਚ ਲੋਕੇਸ਼ਨ ਇਹਦੀ ਡਾਕਟਰ ਪਾਈਕ ਦੀ ਇੱਥੇ ਵੀ ਆ ਰਹੀ ਹੈ ਇਸ ਪੈਰਾਗ੍ਰਾਫ ਦੇ ਅੰਦਰ ਵੀ। ਸੋ ਉਸ ਤੋਂ ਬਾਅਦ ਇਹਦੀ ਲੋਕੇਸ਼ਨ ਉਹਨਾਂ ਦੀ ਨੇਮ ਦੀ ਇੱਧਰ ਵੀ ਆ ਰਹੀ ਹੈ। ਓਕੇ, ਲੇਕਿਨ ਥੋੜਾ ਟਾਈਮ ਸੇਵ ਕਰਨ ਦੇ ਲਈ ਸਾਡੇ ਕੋਲ ਜਿੱਥੇ ਵੀ ਲੋਕੇਸ਼ਨ ਹੋਗੀ ਅਸੀਂ ਤੋਂ ਪੜ੍ਹਨਾ ਜ਼ਰੂਰੀ ਹੈ। ਸੋਰੀ, ਸਾਡੇ ਕੋਲ ਮੇਨ ਇਨਫੋਰਮੇਸ਼ਨ ਹੈਗੀ ਸਾਡੇ ਕੋਲ ਇਸ ਪੈਰਾਗ੍ਰਾਫ ਦੇ ਵਿੱਚ। ਸੋ ਜਿਵੇਂ ਲਿਖਿਆ ਕਿ ਡਾਕਟਰ ਪਾਈਕ ਡਿਸਕਵਰਡ some of the paintings were between 25,000 35,000 years old. The youngest paintings in the cave were 11 years old. Dr. Pike said, "We have found that the most of these caves were not painted in one go, but the paintings spanned up to 20,000 years. This goes against what the archaeologists who excavated in Whites found. It is probably the case that people did not live in the caves they painted." यानी ਇੱਥੇ ਲਿਖਿਆ ਗਿਆ ਕਿ ਜਿਹੜੇ ਲੋਕ ਕੀ ਸੀ ਉਹਨਾਂ ਨੂੰ ਪੇਂਟਿੰਗ ਉਹਨਾਂ ਨੇ ਕੀਤੀਆਂ ਲੇਕਿਨ ਉਹਨਾਂ ਦੇ ਵਿੱਚੋਂ ਰਹੇ ਨਹੀਂ ਸੀ, यानी ਕਿ they were not living in those types of caves। ਇਹਨਾਂ ਦੀ ਅਸੀਂ ਆਪਸ਼ਨ ਪਹਿਲਾਂ ਹੀ ਪੜ੍ਹ ਲਈ ਸੀ, ਲੇਕਿਨ ਜਿਹੜਾ ਮੋਸਟ ਸੁਟੇਬਲ ਜਿਹੜਾ ਦਾ ਸਾਡੇ ਕੋਲ ਆਪਸ਼ਨ ਦੀ ਆਨਸਰ ਆਊਗੀ ਉਹ ਆਊਗਾ C, the caves were uninhabited। the caves were uninhabited but were treated as important। यानी ਉਹਦੇ ਕੇਵ ਸੀ ਉਹ ਅਨਇਨਹੈਬਿਟਡ, यानी कि people did not live in that time। ਉਸ ਸਮੇਂ ਉਹ ਲੋਕ ਨਹੀਂ ਸੀ ਰਹਿੰਦੇ। ਸੋ ਇਹਦੇ ਵਿੱਚ ਮੋਸਟਲੀ ਕੀ ਤੁਹਾਨੂੰ ਦੋ ਆਪਸ਼ਨ ਆਪਸ 'ਚ ਸੇਮ ਮਿਲਣਗੀਆਂ। ਜਿਵੇਂ ਕਿ ਅਸੀਂ ਗੱਲ ਕੀਤੀ ਸੀ ਪੇਂਟਿੰਗਸ ਦੀ, ਉਹਦੇ ਬਾਅਦ ਕੀ ਹੈ ਪੀਪਲ ਡਿਡ ਨਾਟ ਲਿਵ, ਲੇਕਿਨ ਜਿਹੜਾ ਮੋਸਟ ਸੁਟੇਬਲ ਸਾਡੇ ਕੋਲ C ਆਊਗਾ, ਇਸ ਲਈ ਸਾਡੇ ਕੋਲ ਆਨਸਰ ਅਸੀਂ C ਦਾ ਕੀ ਕਰਾਂਗੇ ਮੈਚ ਕਰਾਂਗੇ। ਸੋ ਅੱਗੇ ਵੀ ਜਿਵੇਂ ਕੁਛ ਵੀਡੀਓਜ਼ 'ਚ ਅਸੀਂ ਡਿਸਕਸ ਇਹੀ ਕੀਤਾ ਕਿ ਹਾਊ ਟੂ ਫਾਈਂਡ ਆਊਟ ਮਲਟੀਪਲ ਚੋਇਸ ਕੁਐਸਚਨ ਈਜ਼ੀਲੀ। ਸੋ ਈਜ਼ੀ ਵੀ ਇੱਕ ਹੀ ਹੈ ਕਿ ਤੁਹਾਡੇ ਕੋਲ ਕੀ ਹੈ ਤੁਹਾਨੂੰ ਵਕੈਬ ਹੋਣੀ ਚਾਹੀਦੀ ਹੈ ਐਂਡ ਵਕੈਬ ਦੇ ਨਾਲ ਨਾਲ ਤੁਹਾਨੂੰ ਟ੍ਰਾਂਸਲੇਸ਼ਨ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਤੁਸੀਂ ਆਨਸਰ ਨੂੰ ਈਜ਼ੀਲੀ ਕੀ ਫਾਈਂਡ ਆਊਟ ਕਰ ਸਕਦੇ ਹੋ। ਸੋ ਬਾਕੀ ਦੇ ਵੀ ਸੇਮ ਵੇ ਜਿਸ ਲੋਕੇਸ਼ਨ ਲੱਭਣੀ ਆ ਉਹਦੇ ਨਾਲ ਆਪਸ਼ਨ ਪੜ੍ਹਨੀ ਆ, ਲੋਕੇਸ਼ਨ ਲੱਭ ਕੇ ਆਪਸ਼ਨ ਪੜ੍ਹ ਕੇ ਪੂਰੀ ਤਰ੍ਹਾਂ ਅੰਡਰਸਟੈਂਡ ਕਰਕੇ ਫਿਰ ਤੁਹਾਡਾ ਆਨਸਰ ਕੀ ਹੈ ਈਜ਼ੀਲੀ ਮੈਚ ਹੋ ਜਾਊਗਾ। ਹੁਣ ਨੈਕਸਟ ਅਸੀਂ ਮੂਵ ਹੋ ਜਾਵਾਂਗੇ ਬਾਕਸ ਦੇ ਵਿੱਚ। ਸਾਡਾ ਕੁਛ ਮਟੀਰੀਅਲ ਕੈਮੀਕਲ ਕੁਛ ਉਹਨਾਂ ਦੇ ਨੇਮ ਸਾਡੇ ਕੋਲ ਕੀ ਲਿਸਟ ਆ ਰਹੀ ਹੈ। ਇਟਸ ਨਾਟ ਅ ਨੇਮ ਆਫ ਪੀਪਲ, ਰਾਦਰ ਇਟਸ ਅ ਨੇਮ ਆਫ ਕੈਮੀਕਲ ਔਰ ਮਟੀਰੀਅਲਸ ਟਾਈਪ। ਅਸੀਂ ਇਹਨਾਂ ਨੂੰ ਕੀ ਕਰ ਰਹਾਂਗੇ नेम ਲੱਭ ਕੇ ਉਹ ਤੋਂ ਬਾਅਦ ਫਿਰ ਅਸੀਂ ਟੈਕਸਟ ਜਾਵਾਂਗੇ, ਉਹ ਤੋਂ ਮੈਚ ਕਰਕੇ ਫਿਰ ਇਹਦੇ ਨਾਲ ਸਾਡਾ ਕੀ ਹੋ ਜਾਊਗਾ ਉਹਦਾ ਆਨਸਰ ਅਸੀਂ ਮੈਚ ਕਰਨਾ।
So let's find out first of all charcoal. So ਪੜ੍ਹ ਲਵਾਂਗੇ traditional dating techniques have relied on carbon dating the charcoals। ਹੁਣ ਇੱਥੇ charcoal ਦਾ ਕੀ ਹੈ, ਸਾਡੇ ਕੋਲ ਲੋਕੇਸ਼ਨ ਆ ਰਹੀ ਦੋਨਾਂ ਦੇ ਵਿੱਚ। ਇੱਥੇ ਲਿਖਿਆ ਜਿਹੜਾ charcoals ਕੀ ਆ, ਉਹ ਕੀ ਆ, it can be inaccurate, ਮਤਲਬ inaccurate ਇਹ ਹੋ ਸਕਦਾ ਆ, ਸਿਰਫ ਇਹਨੂੰ ਕੀ ਆ ਯੂਜ਼ ਕੀਤਾ ਗਿਆ ਸੀ when the work was not crafted, ਜਦੋਂ ਕਿ ਇਹ work ਨੂੰ ਚੰਗੀ ਤਰ੍ਹਾਂ craft ਨਹੀਂ ਕੀਤਾ ਗਿਆ ਸੀ। So when you go into these caves, there's still when you go to these caves today, there is still charcoal laying on the ground। ਅੱਜ ਵੀ ਤੁਹਾਨੂੰ ਕੀ charcoal ਉੱਥੇ ਮਿਲੂਗਾ। So the artist at the time could have been using old charcoal rather than making it fresh themselves। ਤੇ ਪੁਰਾਣੇ ਨੂੰ ਕੀ ਕਰਦੇ ਹੋਣਗੇ, ਉਹ use ਕਰਦੇ ਹੋਣਗੇ। So ਜਿਹੜੀ ਅਸੀਂ information ਪੜ੍ਹੀ ਹੋਈ ਹੈ